It means you are thankful for what you have and patient for what's to come. And this is something ਜਿਹੜੀ ਸਾਨੂੰ ਗੁਰਬਾਣੀ ਸਿਖਾਉਂਦੀ ਆ ਕਿ ਸੰਤੋਖ ਦਾ ਮਤਲਬ ਇਹ ਨਹੀਂ ਕਿ ਸਾਡੀਆਂ ਇੱਛਾਵਾਂ ਹੀ ਖਤਮ ਹੋ ਗਈਆਂ, ਨਹੀਂ, ਪਰ ਜੋ ਸਾਡੇ ਕੋਲ ਹੈ, ਜੋ ਉਸ ਮਾਲਕ ਨੇ ਸਾਨੂੰ ਦਿੱਤਾ, ਕਿਉਂਕਿ ਅਗਰ ਅਸੀਂ ਆਪ ਮਿਹਨਤ ਕੀਤੀ ਤਾਂ ਮਿਹਨਤ ਵੀ ਉਸੇ ਨਹੀਂ ਕਰਵਾਈ ਆ। ਅਗਰ ਜੋ ਕੁਝ ਸਾਡੇ ਕੋਲ ਹੈ ਅਸੀਂ ਉਹਦੇ ਵਾਸਤੇ ਥੈਂਕਫੁਲ ਹੋ ਜਾਈਏ, ਔਰ ਜੋ ਅੱਗੇ ਆਉਣ ਵਾਲਾ ਉਹਦੇ ਵਾਸਤੇ ਅਸੀਂ ਥੋੜ੍ਹੇ ਜਿਹੇ ਪੇਸ਼ੈਂਟ ਹੋ ਜਾਈਏ ਕਿ ਅਗਰ ਲੇਟ ਵੀ ਹੋ ਰਿਹਾ ਤਾਂ ਕੋਈ ਗੱਲ ਨਹੀਂ, ਆਪਣੇ ਸਮੇਂ ਦੇ ਉੱਤੇ ਆਪੇ ਹੋ ਜਾਊਗਾ। ਹੁਣ ਇਸ ਲੈਵਲ 'ਤੇ ਆਉਣ ਲਈ ਸਾਨੂੰ ਕਿਸੇ ਇੱਕ ਡਿਵਾਈਨ ਪਾਵਰ ਦੇ ਵਿੱਚ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਆ। ਜੋ ਲੋਕ ਇਹ ਕਹਿਣਗੇ ਨਾ ਕਿ ਪਰਮਾਤਮਾ ਤਾਂ ਹੁੰਦਾ ਹੀ ਨਹੀਂ, ਜਾਂ ਪਰਮਾਤਮਾ ਤਾਂ ਮਿੱਥ ਆ, ਜਾਂ ਪਰਮਾਤਮਾ ਦਾ ਝੂਠ ਆ, ਜਾਂ ਕੋਈ ਡਿਵਾਈਨ ਪਾਵਰ ਹੀ ਨਹੀਂ ਹੁੰਦੀ, ਉਹਨਾਂ ਵਾਸਤੇ ਇਸ ਲੈਵਲ 'ਤੇ ਪਹੁੰਚਣਾ ਥੋੜ੍ਹਾ ਔਖਾ ਹੋ ਜਾਂਦਾ। ਕਿਉਂ ਔਖਾ ਹੁੰਦਾ ਹੈ? ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਉਹ ਇਸ ਲੜਾਈ ਦੇ ਵਿੱਚ ਇਕੱਲੇ ਆ, ਜ਼ਿੰਦਗੀ ਦੀ ਇਸ ਲੜਾਈ ਦੇ ਵਿੱਚ ਉਹ ਇਕੱਲੇ ਆ। ਅਗਰ ਉਹ ਕੰਮ ਕਰਨਗੇ ਤਾਂ ਉਹਨਾਂ ਨੂੰ ਕੁਛ ਮਿਲੂਗਾ, ਅਗਰ ਨਹੀਂ ਕਰਨਗੇ ਤਾਂ ਨਹੀਂ ਮਿਲੂਗਾ। ਇਹ ਉਹਨਾਂ ਦੇ ਇੱਕ ਰਿਜਿਡ ਥੋਟ ਹੋ ਜਾਂਦਾ ਆ। ਹੁਣ ਉਹਦੇ 'ਚ ਪ੍ਰੋਬਲਮ ਕੀ ਆ ਕਿ ਜਦੋਂ ਕੋਈ ਕੰਮ ਡਿਲੇ ਹੋ ਰਿਹਾ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਮੇਰੀ ਗਲਤੀ ਨਾਲ ਡਿਲੇ ਹੋ ਰਿਹਾ, ਤਾਂ ਉਸ ਚੀਜ਼ ਨੂੰ ਉਹ ਥੋੜ੍ਹਾ ਜਿਹਾ ਉਹਨੂੰ ਆਪਣੀ ਗਲਤੀ ਸੁਧਾਰਨ ਦੇ ਚੱਕਰ ਦੇ ਵਿੱਚ ਉਹ ਹੋਰ ਕੁਛ ਕਰਦੇ ਆ, ਔਰ ਉਹ ਅਗਰ ਫੇਲ ਹੁੰਦਾ ਤਾਂ ਫਿਰ ਉਹਨਾਂ ਨੂੰ ਉਹ ਫੇਲੀਅਰ ਵੀ ਆਪਣੇ ਲੈ ਲੈਂਦੇ ਆ ਜਿੰਨਾ ਉਹ ਸਕਸੈਸ ਆਪਣਾ ਲੈਂਦੇ ਆ, ਔਰ ਇਸ ਤਰੀਕੇ ਨਾਲ ਉਹ ਮੈਂਟਲ ਡਿਪਰੈਸ਼ਨ ਵੱਲ ਜਿਹੜੇ ਆ ਉਹ ਜਾਂਦੇ ਆ ਹੌਲੀ ਹੌਲੀ। ਹੁਣ ਜਿਹੜਾ ਬੰਦਾ ਜਾਂ ਜਿਹੜਾ ਜੀਵ ਪਰਮਾਤਮਾ ਦੀ ਹੋਂਦ ਦੇ ਵਿੱਚ ਵਿਸ਼ਵਾਸ ਕਰੂਗਾ, ਉਸ ਨੂੰ ਇਹ ਲੱਗੂਗਾ ਕਿ ਠੀਕ ਆ ਜੀ, ਜੋ ਮੈਨੂੰ ਮਿਲਿਆ, ਜੇ ਮੇਰੀ ਸਕਸੈਸ ਹੋਈ ਆ ਤਾਂ ਉਸ ਪਰਮਾਤਮਾ ਨੇ ਦਿੱਤੀ ਆ। ਅਗਰ ਇਹ ਮੈਨੂੰ ਨਹੀਂ ਮਿਲਿਆ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਸੀ, ਮਿਹਨਤ ਕੀਤੀ ਸੀ, ਪਰ ਇਹ ਨਹੀਂ ਮਿਲਿਆ ਤਾਂ ਉਹਦੀ ਮਰਜ਼ੀ। ਤਾਂ ਉਹਦੇ ਵਿੱਚ ਉਹ ਕਿਤੇ ਵੀ ਕਰਤਾ ਨਹੀਂ ਬਣਿਆ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਦੋਂ ਅਸੀਂ ਕਰਤਾ ਬਣ ਜਾਂਦੇ ਹਾਂ। ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਦਿੰਦੀ ਹਾਂ। ਜਦੋਂ ਅਸੀਂ ਛੋਟੇ ਹੁੰਦੇ ਸੀਗੇ ਨਾ, ਤਾਂ ਸਾਡੇ ਮੰਮੀ ਪਾਪਾ ਨੂੰ ਪਤਾ ਹੁੰਦਾ ਸੀਗਾ ਕਿ ਇਹਨਾਂ ਨੂੰ ਤੁਰਨਾ ਨਹੀਂ ਆਉਂਦਾ ਜਾਂ ਇਹ ਸਕੂਲ ਨਹੀਂ ਜਾ ਸਕਦੇ ਆਪਣੇ ਆਪ, ਤਾਂ ਮਾਂ ਬਾਪ ਸਾਨੂੰ ਹੱਥ ਫੜ ਕੇ ਸਕੂਲ ਲੈ ਕੇ ਜਾਂਦੇ ਸੀਗੇ, ਔਰ ਫਿਰ ਉਹ ਜਦੋਂ ਵਾਪਸ ਘਰ ਆਉਣ ਦੇ ਟਾਈਮ ਤੋਂ ਪਹਿਲਾਂ ਸਕੂਲ ਦੇ ਸਾਹਮਣੇ ਉਹ ਖੜ੍ਹੇ ਰਹਿੰਦੇ ਸੀਗੇ ਕਿ ਉਹਨਾਂ ਬੱਚੇ ਮੇਰੇ ਨੇ ਬਾਹਰ ਆਉਣਾ। ਉਦੋਂ ਅਸੀਂ ਕਰਤਾ ਨਹੀਂ ਸੀ, ਐਜ਼ ਅ ਚਾਈਲਡ ਅਸੀਂ ਕਰਤਾ ਨਹੀਂ ਸੀਗੇ, ਸਾਡੇ ਮਾਂ ਬਾਪ ਕਰਤਾ ਸੀ। ਸੋ ਸਾਨੂੰ ਸਕੂਲ ਤੱਕ ਪਹੁੰਚਾਉਣ ਦੇ ਵਿੱਚ ਬੇਸ਼ੱਕ ਗਏ ਅਸੀਂ ਆਪ ਹੀ ਹਾਂ, ਪੈਰ ਅਸੀਂ ਆਪਣੇ ਇਸਤੇਮਾਲ ਕੀਤੇ ਆ, ਪਰ ਉਹਦੇ ਵਿੱਚ ਅਸੀਂ ਸ਼੍ਰੇਅ ਕਿਹਨੂੰ ਦਿੰਦੇ ਹਾਂ? ਅਸੀਂ ਕਿਹਨੂੰ ਕਹਿੰਦੇ ਕਿਹਦੇ ਕਰਕੇ ਗਏ? ਆਪਣੇ ਮਾਂ ਬਾਪ ਕਰਕੇ। ਸੋ ਸਕਸੈਸ ਉਹਨਾਂ ਦੀ ਕਰ ਦਿੱਤੀ, ਹੈ ਨਾ। ਜਦੋਂ ਅਸੀਂ ਫੇਲ ਹੁੰਦੇ ਹਾਂ, ਅਗਰ ਅਸੀਂ ਕਿਸੇ ਦੇ ਨਹੀਂ ਜਾ ਸਕੇ ਤਾਂ ਸਾਡੇ ਪੈਰ ਤਾਂ ਸੀਗੇ, ਅਸੀਂ ਤਾਂ ਮਿਹਨਤ ਕਰ ਹੀ ਰਹੇ ਸੀਗੇ, ਪਰ ਹੁਣ ਉਹਦਾ ਫਿਰ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਮਾਂ ਬਾਪ ਦੇ ਉੱਤੇ ਆ ਜਾਂਦਾ। ਤਾਂ ਅਸੀਂ ਉਸ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਸ ਇੱਕ ਮੈਂਟਲ ਸਟੇਟ ਜਿਹਦੇ ਵਿੱਚ ਫੇਲੀਅਰ ਐਂਡ ਸਕਸੈਸ ਨੂੰ ਸਭ ਕੁਛ ਸਮਝਿਆ ਜਾਂਦਾ ਨਾ, ਉਹ 'ਚੋਂ ਬਾਹਰ ਨਿਕਲ ਜਾਂਦੇ ਹਾਂ। ਤਾਂ ਆਪਣੇ ਆਪ ਵੱਲੋਂ ਅਸੀਂ ਕੰਟੈਂਟ ਹਾਂ ਕਿ ਸਾਡੀਆਂ ਤਾਂ ਲੱਤਾਂ ਕੱਲ੍ਹ ਵੀ ਉਹੀ ਸੀ, ਅੱਜ ਵੀ ਉਹੀ ਆ, ਅਸੀਂ ਤਾਂ ਜਾ ਸਕਦੇ ਸੀ, ਮੰਮੀ ਨਹੀਂ ਗਏ। ਲੇਕਿਨ ਉਹੀ ਬੱਚਾ ਜਦੋਂ ਥੋੜ੍ਹਾ ਵੱਡਾ ਹੋ ਜਾਂਦਾ ਹੈ, ਫਿਰ ਉਹ ਕਹਿੰਦਾ ਕਿ ਮਮ ਮੈਨੂੰ ਨਾ ਇੱਕ ਕੰਮ ਕਰੋ ਕਿ ਸਾਈਕਲ ਲੈ ਦਿਓ, ਮੈਂ ਆਪਣੇ ਆਪ ਜਾਇਆ ਕਰੂੰਗਾ। ਪਹਿਲੇ ਦਿਨ ਮਮ ਜਿਹੜੀ ਆ ਉਹ ਫੋਨ ਕਰਕੇ ਮਾਂ ਪੁੱਛਦੀ ਆ ਕਿ ਪੁੱਤਰਾ ਤੂੰ ਕਿੱਥੇ ਕੁ ਜੇ ਪਹੁੰਚਿਆ, ਜਾਂ ਉਹ ਆਪਣਾ ਸਾਰਾ ਦਿਨ ਬਾਹਰ ਬੈਠੀ ਰਹਿੰਦੀ ਆ ਕਿ ਅੱਜ ਮੇਰੇ ਬੇਟਾ ਆਪਣੇ ਆਪ ਸਾਈਕਲ 'ਤੇ ਗਿਆ। ਉਹਦੇ ਦਿਮਾਗ 'ਚ ਥੋੜ੍ਹੀ ਟੈਨਸ਼ਨ ਹੁੰਦੀ ਆ। ਜਦੋਂ ਉਹ ਬੱਚਾ ਇੱਕ ਦਿਨ ਘਰ ਆਰਾਮ ਨਾਲ ਆ ਗਿਆ, ਦੂਜੇ ਤੀਜੇ ਚੌਥੇ ਪੰਜਵੇਂ, ਹੌਲੀ ਹੌਲੀ ਕਰਕੇ ਉਹ ਫਿਕਰ ਜਿਹੜਾ ਉਹ ਦੂਰ ਹੁੰਦਾ ਜਾਂਦਾ। ਕਿਉਂਕਿ ਬੱਚਾ ਖੁਦ ਕਰਤਾ ਬਣ ਗਿਆ। ਇਹੀ ਹਾਲ ਸਾਡੇ ਨਾਲ ਆ, ਇਹੀ। ਔਰ ਉਸ ਟਾਈਮ 'ਤੇ ਅਗਰ ਸਾਈਕਲ ਕਿਤੇ ਰਸਤੇ 'ਚ ਗਿਰਦਾ ਆ ਤਾਂ ਉਹ ਮਾਂ ਦੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹ ਬੱਚੇ ਦੇ ਉੱਤੇ ਆ ਜਾਂਦਾ ਦਾਰਮੋਦਾਰ। ਸੋ ਇਹੀ ਹਾਲ ਸਾਡੇ ਨਾਲ ਹੁੰਦਾ ਜਦੋਂ ਅਸੀਂ ਕਰਤਾ ਬਣ ਜਾਂਦੇ ਹਾਂ ਨਾ, ਔਰ ਜਾਂ ਅਸੀਂ ਇਹ ਸੋਚਣਾ ਸ਼ੁਰੂ ਕਰਨੇ ਕਿ ਮੈਂ ਹੀ ਕਰ ਰਿਹਾ ਸਾਰਾ ਕੁਛ, ਤਾਂ ਫਿਰ ਉਸ ਵੇਲੇ ਅਸੀਂ ਉਸ ਡਿਵਾਈਨ ਪਾਵਰ ਨੂੰ ਫਰੀ ਕਰ ਦਿੰਦੇ ਹਾਂ। ਔਰ ਜਦ ਕਿ ਉਹ ਫਰੀ ਨਹੀਂ ਹੋਣੀ ਚਾਹੀਦੀ, ਹੈ ਨਾ, ਕਿਉਂਕਿ ਜੋ ਕੁਛ ਵੀ ਹੋ ਰਿਹਾ ਉਹ ਕਿਸੇ ਨਾ ਕਿਸੇ ਇੱਕ ਕਾਸਮਿਕ ਰੂਲ ਦੇ ਅੰਡਰ ਹੋ ਰਿਹਾ। ਆਪਾਂ ਮੰਨੀਏ ਜਾਂ ਨਾ ਮੰਨੀਏ ਫਰਕ ਨਹੀਂ ਪੈਂਦਾ, ਪਰ ਹਰ ਇੱਕ ਚੀਜ਼, ਅਗਰ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਤੁਸੀਂ ਮੈਨੂੰ ਸੁਣ ਰਹੇ ਆ, ਤਾਂ ਇਹ ਵੀ ਕਿਸੇ ਕਾਸਮਿਕ ਡਿਵਾਈਨ ਰੂਲ ਦਾ ਇੱਕ ਪੈਟਰਨ ਦਾ ਇੱਕ ਹਿੱਸਾ ਆ। ਪਤਾ ਨਹੀਂ ਆਪਾਂ ਕਿੱਦਾਂ ਇੱਕ ਦੂਸਰੇ ਨੂੰ ਜਾਣਦੇ ਹੋਵਾਂਗੇ, ਪਰ ਜਾਣਦੇ ਜ਼ਰੂਰ ਹੋਵਾਂਗੇ, ਤਾਂ ਹੀ ਆਪਾਂ ਇੱਕ ਦੂਸਰੇ ਨਾਲ ਕਲਿੱਕ ਕਰ ਰਹੇ ਹਾਂ। ਜੇ ਆਪਾਂ ਨੂੰ ਇੱਕ ਦੂਸਰੇ ਨਾਲ ਦੇਖ ਕੇ, ਮਿਲ ਕੇ, ਕਈ ਲੋਕਾਂ ਨੂੰ ਆਪਾਂ ਮਿਲਦੇ ਹਾਂ, ਸਾਨੂੰ ਲੱਗਦਾ ਕਿ ਇਹ ਬੰਦੇ ਨੂੰ ਮੈਂ ਪਹਿਲਾਂ ਤੋਂ ਜਾਣਦਾ, ਇਹਨੂੰ ਇਹ ਮੈਨੂੰ, ਕਈਆਂ ਨੂੰ ਆਪਾਂ ਦੇਖਦੇ ਹੀ ਸਾਨੂੰ ਚੰਗੇ ਲੱਗਣ ਲੱਗ ਜਾਂਦੇ ਆ। ਕੁਛ ਲੋਕ ਦੇਖਣ ਸਾਰ ਹੀ ਸਾਨੂੰ ਬੁਰੇ ਲੱਗਦੇ ਆ। ਉਹ ਕਿਉਂ ਹੁੰਦਾ? ਕਿਉਂਕਿ ਅਸੀਂ ਬਹੁਤ ਦੂਰੋਂ ਚੱਲੇ ਹੋਏ ਹਾਂ। ਮੈਂ ਆਇਆ ਦੂਰੋਂ ਚੱਲ ਕੇ, ਹਉ ਤੱਕੀ ਤੁਧ ਸਰਣਾਏ ਜੀਓ। ਉਹ ਕੀ ਆ? ਮੈਂ ਕਿੱਥੋਂ ਦੂਰੋਂ ਚੱਲ ਕੇ ਆਇਆ? ਇਹ ਥੋੜ੍ਹੀ ਕਿ ਮੈਂ ਜਲੰਧਰੋਂ ਚੱਲ ਕੇ ਅੰਮ੍ਰਿਤਸਰ ਆਇਆ। ਨਹੀਂ, ਇਹ ਤਾਂ ਕਈ ਜਨਮਾਂ ਤੋਂ ਚੱਲੇ ਹੋਏ ਹਾਂ ਆਪਾਂ।
ਔਰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਸਾਨੂੰ। ਜਿਹੜਾ ਡੇਜ਼ਾ ਵੂ ਵਰਗੀਆਂ ਜਿਹੜੀਆਂ ਚੀਜ਼ਾਂ ਆ ਉਹ ਕਿੱਦਾਂ ਹੋ ਜਾਂਦੀਆਂ, ਕਿਉਂ ਹੋ ਜਾਂਦੀਆਂ, ਕਿਉਂ ਸਾਨੂੰ ਲੱਗਦਾ ਕਿ ਆਹ ਚੀਜ਼ ਤਾਂ ਮੇਰੇ ਨਾਲ ਪਹਿਲਾਂ ਵੀ ਹੋਈ ਆ। ਸੋ ਇੱਕ ਬੜੇ ਗੂੜ ਰਹੱਸ ਨੇ, ਹੈ ਨਾ, ਇਸ ਕੋਸਮੋਸ ਦੇ, ਇਸ ਯੂਨੀਵਰਸ ਦੇ ਬੜੇ ਗੂੜ ਰਹੱਸ ਨੇ। ਔਰ ਉਹ ਤਾਂ ਹੀ ਸਮਝੇ ਜਾ ਸਕਦੇ ਆ ਕਿ ਪਹਿਲਾਂ ਅਸੀਂ ਪਰਮਾਤਮਾ ਦੀ ਹੋਂਦ ਨੂੰ ਮੰਨਣਾ ਸ਼ੁਰੂ ਕਰੀਏ, ਸਮਝਣਾ ਸ਼ੁਰੂ ਕਰੀਏ। ਔਰ ਉਹ ਕੋਈ ਡਰਾਉਣੀ ਹੋਂਦ ਨਹੀਂ ਆ। ਜਿਹੜੇ ਲੋਕ ਇਹ ਕਹਿ ਦਿੰਦੇ ਨਾ ਕਿ ਪਰਮਾਤਮਾ ਜਿਹੜਾ ਹੈ ਉਹਨੂੰ ਤਾਂ ਤੁਸੀਂ ਜੀ ਅਫੀਮ ਦਿੱਤੀ ਹੋਈ ਆ, ਪਰਮਾਤਮਾ ਦਾ ਨਾਮ ਜਿਹੜਾ ਉਹ ਆਮ ਜਨਤਾ ਵਾਸਤੇ ਅਫੀਮ ਦਾ ਕੰਮ ਕਰਦਾ ਹੈ, ਉਹ ਪ੍ਰੋਬੇਬਲੀ ਕਿਸੇ ਹੋਰ ਕੰਟੈਕਸਟ ਦੀ ਗੱਲ ਕਰ ਰਿਹਾ। ਉਹ ਮਾਰਕਸ ਦਾ ਕੋਈ ਹੋਰ ਕੋਟ ਸੀ ਜਿਹਨੂੰ ਅਸੀਂ ਆਪਣੀ ਸੱਭਿਅਤਾ ਦੇ ਉੱਤੇ ਲਗਾ ਦਿੱਤਾ, ਹੈ ਨਾ, ਉਹ ਉੱਥੇ ਲੱਗਣਾ ਨਹੀਂ ਸੀਗਾ।